ਲੜੀਵਾਰ ਕਥਾ ਆਪ ਦੀ ਸਰਵਣ ਕਰ ਰਹੇ ਹੋ। ਰਾਗ ਧਨਾਸਰੀ। ਪਹਿਲੇ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਛੰਤ ਪ੍ਰਾਰੰਭ ਹੋ ਰਹੇ ਨੇ। ਕਿਸੇ ਆਖਿਆ ਮਹਾਰਾਜ ਬੜਾ ਵੱਡਾ 10 ਪੁਰਬੀ ਦਾ ਮੇਲਾ ਲੱਗਾ ਹੋਇਆ ਤੀਰਥ ਤੇ, ਜਾਣਾ ਚਾਹੀਦਾ। 10 ਪੁਰਬੀ ਇੱਕ ਦਿਨ 10 ਪੁਰਬ ਮਨਾਏ ਜਾਂਦੇ ਨੇ, ਉਹ ਵੱਖੋ ਵੱਖਰੇ ਪ੍ਰਕਾਰ ਦੇ, ਉਹਨੂੰ 10 ਪੁਰਬੀ ਦਾ ਮੇਲਾ ਕਹਿੰਦੇ। ਉਹ 10 ਪੁਰਬੀ ਦੇ ਮੇਲੇ ਤੇ 10 ਹੀ ਕੀਤੇ ਹੋਏ ਜਿਹੜੇ ਪਾਪ ਨੇ ਉਹਨਾਂ ਦੀ ਨਿਰਵਿਰਤੀ ਹੁੰਦੀ, ਐਸਾ ਮੰਨਿਆ ਭਾਰਤੀ ਪੁਰਾਣਾਂ ਦੇ ਵਿੱਚ, ਸ਼ਾਸਤਰਾਂ ਦੇ ਵਿੱਚ। ਉਹ 10 ਤਰ੍ਹਾਂ ਦੇ ਹੀ ਪਾਪ, ਉਹ 10 ਪ੍ਰਕਾਰ ਦੇ ਜਿਹੜੇ ਪੁਰਬਾਂ ਦਾ ਇਸ਼ਨਾਨ ਹੈ ਇੱਕੋ ਦਿਨ ਦਾ 10 ਪੁਰਬੀ ਦਾ। ਤੇ ਮਹਾਰਾਜ ਜੀ ਦੱਸ ਰਹੇ ਨੇ ਵੀ ਸਾਡੇ ਲਈ ਤੀਰਥ ਕਿਹੜਾ। ਸੁਣੋ, ਸਾਰੀ ਸੰਗਤ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਓ। ਸਾਵਧਾਨ ਹੋ, ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ। ਸ਼ੰਤ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਧਨਾਸਰੀ ਹੈ। ਪਹਿਲੇ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਸ੍ਰੀ ਮੁਖਵਾਕ ਸ਼ਬਦ ਹੈ ਛੰਤ। ਛੰਤ ਛੰਦ ਦਾ ਨਾਮ ਹੈ, ਬਾਣੀ ਦਾ ਨਾਮ ਹੈ। ਛੰਤ ਆਰੰਭ ਹੋ ਰਹੇ ਨੇ ਰਾਗ ਧਨਾਸਰੀ ਵਿੱਚ, ਇਸ ਕਰਕੇ ਪਹਿਲਾ ਮੰਗਲਾਚਰਨ ਕੀਤਾ। ਅਕਾਲ ਪੁਰਖ ਇੱਕ ਹੈ, ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਸਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਕਿਰਪਾ ਦੁਆਰਾ ਤਿਸ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਇਹ ਮੰਗਲਾਚਰਨ ਕਰਕੇ ਮਹਾਰਾਜ ਜੀ ਸ਼ਬਦ ਦੀ ਆਰੰਭਤਾ ਕਰਦੇ ਹਨ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਤੀਰਥ ਨਾਵਣ ਜਾਂਦੇ ਹੋ। ਸੁਣੋ ਭਾਈ, ਇੱਕ ਸਭ ਤੋਂ ਵੱਡਾ ਤੀਰਥ ਉਹ ਅਕਾਲ ਪੁਰਖ ਪਰਮੇਸ਼ਰ ਦਾ ਅੰਮ੍ਰਿਤ ਨਾਮ ਹੈ। ਨਾਮ ਵੀ ਤੀਰਥ ਹੈ। ਕਈ ਵਾਰ ਅਸੀਂ ਕਿਸੇ ਦੂਸਰੀ ਚੀਜ਼ ਨੂੰ ਬਹੁਲਤਾ ਦੇ ਕੇ ਜੋ ਬਹੁਤ ਵੱਡਮੁੱਲੀ ਚੀਜ਼ ਸਾਡੇ ਕੋਲ ਹੁੰਦੀ ਹੈ ਉਹਦਾ ਧਿਆਨ ਪਾਸੇ ਕਰ ਦਿੰਦੇ, ਭੁੱਲ ਜਾਂਦੀ ਹੈ। ਸਾਡੇ ਕੋਲ ਜੋ ਵੱਡਮੁੱਲੀ ਦਾਤ ਹੁੰਦੀ ਹੈ, ਵੱਡਮੁੱਲੀ ਵਸਤੂ ਹੁੰਦੀ ਹੈ, ਉਹਦੀ ਕੀਮਤ ਨਾ ਜਾਣਦਿਆਂ ਹੋਇਆਂ ਕਈ ਵਾਰ ਬਾਹਰ ਕਿਸੇ ਕੋਲ ਕੱਚ ਦੀ ਸ਼ੈ ਵੀ ਹੋਵੇ ਤੇ ਵੇਖ ਕੇ ਮਨ ਉਸ ਪਾਸੇ ਪ੍ਰਭਾਵਿਤ ਹੁੰਦਾ, ਖਿੱਚਿਆ ਜਾਂਦਾ। ਉਹ ਜਿਵੇਂ ਕਹਿੰਦੇ ਆ ਨਾ, ਦੂਜੇ ਦੀ ਥਾਲੀ 'ਚ ਪਿਆ ਲੱਡੂ ਚੰਗਾ ਲੱਗਦਾ, ਕਹਾਵਤ ਹੈ। ਤੋ ਨਿਰੰਕਾਰ ਦਾ ਅੰਮ੍ਰਿਤ ਨਾਮ ਜੋ ਸਤਿਗੁਰਾਂ ਨੇ ਸਾਨੂੰ ਦਿੱਤਾ, ਇਹ ਕੀਮਤੀ ਹੀਰਾ ਹੈ। ਗੁਰਦੇਵ ਫਰਮਾਉਂਦੇ ਹੈ ਕਿ ਤੀਰਥ ਤੇ ਨਹਾਣ ਜਾ ਰਹੇ ਹੋ। ਸੁਣੋ ਬਈ, ਇੱਕ ਤੀਰਥ ਅੰਮ੍ਰਿਤ ਦਾ ਨਾਮ ਵੀ ਹੈ, ਤੀਰਥ ਨਾਮ ਹੈ, ਨਾਮ ਰੂਪੀ ਤੀਰਥ ਵੀ ਹੈ। ਇਸ ਪਾਸੇ ਆਪਣਾ ਧਿਆਨ ਕੇਂਦਰਿਤ ਕਰੋ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਤੀਰਥ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਵੀ ਤੀਰਥ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਦੋਂ ਅਸੀਂ ਸ਼ਬਦ ਵਿਚਾਰਦੇ ਹਾਂ ਤਾਂ ਸਮਝ ਲਓ ਤੀਰਥ ਨਹਾ ਰਹੇ ਹਾਂ। ਬੜਾ ਵੱਡਾ ਤੀਰਥ ਇਸ਼ਨਾਨ ਹੋ ਰਿਹਾ ਹੈ ਸ਼ਬਦ ਦੀ ਵਿਚਾਰ ਵਿੱਚ। ਸਵੈ ਪੜਚੋਲ ਹੁੰਦੀ ਹੈ, ਆਪਣੇ ਆਪੇ ਦੀ ਵਿਚਾਰ ਹੁੰਦੀ ਹੈ। ਸ਼ਬਦ ਦੀ ਵਿਚਾਰ ਦੁਆਰਾ ਆਪਣੀਆਂ ਖਾਮੀਆਂ ਔਗਣਾਂ ਦਾ ਪਤਾ ਲੱਗਦਾ, ਗੁਣਾਂ ਦੀ ਮਹਿਮਾ ਦਾ ਪਤਾ ਲੱਗਦਾ। ਤੋ ਸਤਿਗੁਰਾਂ ਦੇ ਸ਼ਬਦ ਦੀ ਜੋ ਵਿਚਾਰ ਹੈ, ਮਹਾਰਾਜ ਜੀ ਕਹਿੰਦੇ ਤੀਰਥ ਹੈ। ਔਰ ਇਹ ਇਹੋ ਜਿਹਾ ਤੀਰਥ ਹੈ ਕਿ ਇਸ ਤੀਰਥ 'ਚ ਇਸ਼ਨਾਨ ਕੀਤਿਆਂ ਅੰਤਰ ਗਿਆਨ ਹੈ, ਅੰਦਰ ਗਿਆਨ ਉਤਪੰਨ ਹੁੰਦਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇੱਕ ਐਸਾ ਤੀਰਥ ਹੈ ਸ਼ਬਦ ਦੀ ਵਿਚਾਰ, ਜਿਸ ਸ਼ਬਦ ਦੀ ਵਿਚਾਰ ਦੇ ਤੀਰਥ ਵਿੱਚ ਇਸ਼ਨਾਨ ਕੀਤਿਆਂ ਅੰਦਰ ਗਿਆਨ ਉਤਪੰਨ ਹੁੰਦਾ ਹੈ, ਨਿਜਾਪੇ ਦਾ। ਫਿਰ ਇਹੋ ਜਿਹਾ ਤੀਰਥ ਕਿੱਥੇ ਮਿਲੇਗਾ? ਜਿੱਥੇ ਗਿਆਨ ਵੀ ਮਿਲਦਾ ਹੋਵੇ, ਉਹ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਦਾ ਤੀਰਥ ਹੈ। ਗੁਰ ਗਿਆਨ ਸਾਚਾ ਥਾਨ ਤੀਰਥ, 10 ਪੁਰਬ ਸਦਾ ਦਸਾਹਰਾ। ਜੋ ਗੁਰੂ ਕੀ ਸੰਗਤ ਹੈ, ਇਹ ਸੱਚਾ ਥਾਂ ਹੈ, ਸਤ ਸੰਗਤ। ਇੱਥੇ ਜਿਹੜਾ ਗੁਰੂ ਦਾ ਗਿਆਨ ਹੈ ਪ੍ਰਾਪਤ ਹੁੰਦਾ ਹੈ, ਮਹਾਰਾਜ ਜੀ ਕਹਿੰਦੇ ਇਹ ਸਮਝ ਲਓ
ਕਿ 10 ਪੁਰਬਾਂ ਦਾ ਦਸ਼ਹਰਾ, ਉਹ ਤਾਂ 10 ਪੁਰਬੀ ਦਾ ਮੇਲਾ ਸਾਲ 2 ਸਾਲ 10 ਸਾਲ ਬਾਅਦ ਆਉਂਦਾ ਹੋਵੇਗਾ, 6 ਸਾਲ ਬਾਅਦ ਆਉਂਦਾ ਹੋਵੇਗਾ, 12 ਸਾਲਾਂ ਬਾਅਦ ਆਉਂਦਾ ਹੋਵੇਗਾ। ਪਰ ਗੁਰੂ ਕੀ ਸੰਗਤ ਵਿੱਚ ਜੋ ਗੁਰੂ ਕੇ ਗਿਆਨ ਦਾ ਤੀਰਥ ਹੈ, ਇੱਥੇ 10 ਪੁਰਬਾਂ ਦਾ ਦਸ਼ਹਰਾ ਸਦਾ ਹੀ ਲੱਗਾ ਹੋਇਆ, ਸਦਾ ਹੀ 10 ਪੁਰਬ ਸਦਾ ਦਸ਼ਹਰਾ। ਜਦੋਂ ਵੀ ਆ ਜਾਏ ਕੋਈ ਗੁਰੂ ਕੀ ਸੰਗਤ ਵਿੱਚ, ਉਦੋਂ ਹੀ ਉਹਨੂੰ 10 ਪੁਰਬਾਂ ਦਾ ਇਸ਼ਨਾਨ ਪ੍ਰਾਪਤ ਹੋ ਜਾਂਦਾ, ਫਲ ਪ੍ਰਾਪਤ ਹੋ ਜਾਂਦਾ। 10 ਪੁਰਬਾਂ ਦੇ ਦਸ਼ਹਰੇ ਦੇ ਵਿੱਚ ਇਸ਼ਨਾਨ ਕਰਨ ਵਾਲੇ ਨੂੰ ਕੇਵਲ 10 ਪਾਪਾਂ ਦੀ ਨਿਵਰਤੀ ਹੁੰਦੀ ਆ, ਉਹਦੇ 10 ਗੁਨਾਹ ਮਾਫ ਹੁੰਦੇ ਨੇ। ਪਰ ਸਤਿਗੁਰਾਂ ਦੀ ਸੰਗਤ ਵਿੱਚ ਜਿਹੜਾ ਇਹ 10 ਪੁਰਬਾਂ ਦਾ ਦਸ਼ਹਰਾ ਗੁਰੂ ਗਿਆਨ ਤੀਰਥ ਦਾ ਲੱਗਾ ਹੋਇਆ, ਇੱਥੇ ਸਾਡੇ ਕਰੋੜਾਂ ਹੀ ਪਾਪ ਨਿਵਰਤ ਹੋ ਜਾਂਦੇ ਹਨ। ਇਸੇ ਤੀਰਥ ਨੂੰ ਮੇਰੇ ਪਾਤਸ਼ਾਹ ਨੇ ਇੱਕ ਸ਼ਬਦ ਵਿੱਚ ਇਸ ਤਰ੍ਹਾਂ ਵੀ ਬਿਆਨ ਕਰਕੇ ਕਿਹਾ, ਵੈਸੇ ਅਰਥ ਅੰਮ੍ਰਿਤਸਰ ਸਰੋਵਰ ਵੀ ਹੈ, ਪਰ ਦੂਜਾ ਅਰਥ ਮਹਾਂਪੁਰਸ਼ ਸੰਪਰਦਾਇ ਸਾਧ ਸੰਗਤ ਨੂੰ ਵੀ ਕਰਦੇ ਨੇ। ਔਰ ਉਹ ਕਹਿੰਦੇ ਹਨ ਅਰਥ ਕਰਦਿਆਂ ਕਿ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਇਹ ਸਾਧ ਸੰਗਤ ਰੂਪੀ ਜੋ ਸਰੋਵਰ ਹੈ, ਇੱਥੇ ਇਸ਼ਨਾਨ ਕੀਤਿਆਂ ਸਾਰੇ ਕਮਾਏ ਹੋਏ ਪਾਪ ਨਿਵਰਤ ਹੋ ਜਾਂਦੇ ਹਨ। ਇਸ ਕਰਕੇ ਕਹਿ ਲਓ ਕਿ ਇੱਥੇ 10 ਪੁਰਬਾਂ ਦਾ ਦਸ਼ਹਰਾ ਸਦਾ ਹੀ ਲੱਗਾ ਹੋਇਆ ਹੈ। ਹਉ ਨਾਮ ਹਰਿ ਕਾ ਸਦਾ ਜਾਚੋ, ਦੇਹੋ ਪ੍ਰਭ ਧਰਣੀ ਧਰਾ। ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਅੰਮ੍ਰਿਤ ਨਾਮ ਮੈਂ ਉਸ ਵਾਹਿਗੁਰੂ ਦੇ ਚਰਨਾਂ ਚੋਂ ਸਦਾ ਹੀ ਮੰਗਦਾ। ਹਰ ਹਉ ਨਾਮ ਹਰਿ ਕਾ ਸਦਾ ਜਾਚੋ। ਹਰੀ ਅਕਾਲ ਪੁਰਖ ਦਾ ਅੰਮ੍ਰਿਤ ਨਾਮ ਮੈਂ ਸਦਾ ਹੀ ਵਾਹਿਗੁਰੂ ਕੋਲੋਂ ਮੰਗਦਾ ਹਾਂ। ਦੇਹੋ ਪ੍ਰਭ ਧਰਣੀ ਧਰਾ। ਇਹ ਧਰਤੀ ਨੂੰ ਧਾਰਨ ਕਰਨ ਵਾਲੇ ਜੀਓ, ਇਹ ਧਰਤੀ ਨੂੰ ਕਿਸ ਨੇ ਧਾਰਨ ਕੀਤਾ? ਕੋਈ ਆਖੇ ਜੀ ਬਲਦ ਨੇ ਰੱਖੀ ਹੈ ਧਰਤੀ, ਕੋਈ ਆਖੇ ਜੀ ਸ਼ੇਸ਼ਨਾਗ ਨੇ ਰੱਖੀ ਹੈ। ਕਲਗੀਧਰ ਜੀ ਨੇ ਦਮਦਮਾ ਸਾਹਿਬ ਆਖਿਆ, ਸਿੰਘੋ ਇਸ ਧਰਤੀ ਨੂੰ ਪਰਮੇਸ਼ਰ ਨੇ ਰੱਖਿਆ ਹੋਇਆ, ਅਕਾਲ ਪੁਰਖ ਨੇ ਉਹਨੇ ਰੱਖੀ ਹੈ ਇਹ ਧਰਤੀ, ਨਹੀਂ ਤਾਂ ਗਰਕ ਨਾ ਹੋ ਜਾਂਦੀ ਜਿੰਨਾ ਇਹਦੇ ਤੋਂ ਪਾਣੀ ਵੱਧ ਹੈ। ਤੋ ਨਿਰੰਕਾਰ ਨੇ ਵਿਧਾਤੇ ਨੇ ਇਸ ਧਰਤੀ ਨੂੰ ਧਾਰਿਆ ਹੋਇਆ, ਇਸ ਕਰਕੇ ਉਹਨੂੰ ਕਹਿੰਦੇ ਹੇ ਧਰਣੀ ਧਰ, ਕਿਰਪਾ ਕਰੋ, ਮੈਂ ਹਰੀ ਵਾਹਿਗੁਰੂ ਜੀ ਤੁਹਾਡਾ ਅੰਮ੍ਰਿਤ ਨਾਮ ਤੁਹਾਡੇ ਕੋਲੋਂ ਮੰਗਦਾ ਹਾਂ। ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੈ ਸੱਚ ਬਿਨਾ। ਇਹ ਸੰਸਾਰ ਰੋਗੀ ਹੈ, ਜੋ ਜੋ ਦਿਸੈ ਸੋ ਸੋ ਰੋਗੀ। ਰੋਗ ਇਕੱਲੇ ਸਰੀਰਾਂ ਦੇ ਨਹੀਂ ਹੁੰਦੇ, ਰੋਗ ਅੰਦਰ ਦੇ ਵੀ ਹਨ। ਈਰਖਾ ਦਾ ਰੋਗ ਹੈ, ਦਵੈਸ਼, ਨਿੰਦਾ, ਚੁਗਲੀ, ਕਿਤਨੇ ਰੋਗ ਨੇ। ਸਰੀਰ ਕਰਕੇ ਕੋਈ ਰੋਗੀ ਨਾ ਵੀ ਹੋਵੇ, ਤੰਦਰੁਸਤ ਹੋਵੇ, ਪਰ ਅੰਤਸ਼ਕਰਨ ਦੇ ਵਿੱਚ ਕਿਤਨੇ ਰੋਗ ਨੇ। ਤੋ ਸੰਸਾਰ ਰੋਗੀ ਹੈ। ਪਾਤਸ਼ਾਹ ਕਹਿੰਦੇ ਨਾਮ ਦਾਰੂ ਹੈ। ਸੰਸਾਰ ਰੋਗੀ ਨਾਮ ਦਾਰੂ। ਦਾਰੂ ਕਹਿੰਦੇ ਦਵਾਈ ਨੂੰ। ਪਰਮੇਸ਼ਰ ਦਾ ਅੰਮ੍ਰਿਤ ਨਾਮ ਇਹਨਾਂ ਸਾਰੇ ਰੋਗਾਂ ਦੀ ਦਵਾਈ ਹੈ। ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਇਹ ਔਸ਼ਧੀ, ਹਰੀ ਦਾ ਨਾਮ ਦਾਰੂ। ਸੰਸਾਰ ਰੋਗੀ ਨਾਮ ਦਾਰੂ। ਸੰਸਾਰ ਰੋਗੀ ਹੈ ਔਰ ਇਸ ਰੋਗ ਦੀ ਇੱਕੋ ਦਵਾਈ ਹੈ ਨਾਮ, ਪਰਮੇਸ਼ਰ ਦਾ ਅੰਮ੍ਰਿਤ ਨਾਮ। ਸਾਰੇ ਰੋਗਾਂ ਨੂੰ ਕੱਟਦਾ। ਨਾਮ ਜਪਦਿਆਂ ਜਪਦਿਆਂ ਈਰਖਾ ਚਲੀ ਜਾਂਦੀ ਹੈ ਹਿਰਦੇ ਚੋਂ। ਨਾਮ ਜਪਦਿਆਂ ਜਪਦਿਆਂ ਕਿਸੇ ਦੀ ਨਿੰਦਾ ਕਰਨ ਨੂੰ ਮਨ ਨਹੀਂ ਕਰਦਾ। ਤੇ ਨਿੰਦਾ ਕਰਨ ਨੂੰ ਪਤਾ ਕੀ ਕਿਹਾ ਨਾਨਕ ਪ੍ਰਕਾਸ਼ ਵਿੱਚ ਗੁਰੂ ਨਾਨਕ ਸਾਹਿਬ ਨੇ? ਕਹਿੰਦੇ ਜੇ ਕਿਸੇ ਦੀ ਨਿੰਦਾ ਕਰਨੇ ਆ, ਸਮਝ ਲਓ ਉਲਟੀ ਕਰ ਰਹੇ ਹੋ। ਉਲਟੀ, ਉਲਟੀਆਂ ਦਾ ਰੋਗ ਲੱਗਾ ਹੋਇਆ। ਉਲਟੀ ਕੀਤਿਆਂ ਵੀ ਗੰਦ ਨਿਕਲਦਾ ਬਾਹਰ, ਤੇ ਨਿੰਦਾ ਕਰਦਿਆਂ ਵੀ ਤਾਂ ਗੰਦਗੀ ਬੋਲਦਾ ਮੁਖ ਤੋਂ, ਫਿਰ ਉਲਟੀ ਆ ਨਾ। ਵਮਨ ਰੋਗ ਕਿਹਾ ਇਹਨੂੰ, ਉਲਟੀ। ਨਾਮ ਜਪਦਿਆਂ ਜਪਦਿਆਂ ਜਿਹੜਾ ਨਾਮ ਦੇ ਕਮਾਈ ਨੂੰ, ਮਹੱਤਤਾ ਨੂੰ ਸਮਝਦਿਆਂ ਜਪਦਾ ਹੈ, ਉਹਦੇ ਅੰਦਰੋਂ ਫਿਰ ਇਹ ਬਿਰਤੀ ਚਲੀ ਜਾਂਦੀ। ਉਹ ਕਹਿੰਦਾ ਨਹੀਂ ਯਾਰ, ਕਿਸੇ ਦੀ ਨਿੰਦਾ ਨਹੀਂ ਕਰਨੀ, ਮੈਂ ਸਭ ਤੋਂ ਮਾੜਾ, ਮੇਰੇ ਤੋਂ ਸਭ ਚੰਗੇ।
ਸਭ ਚੰਗੇ, ਸਭ ਭਲੇ। ਤੋ ਸੰਸਾਰ ਰੋਗੀ ਹੈ, ਪਰਮੇਸ਼ਰ ਦਾ ਨਾਮ ਦਾਰੂ ਹੈ। ਮੈਲ ਲਾਗੈ ਸੱਚ ਬਿਨਾ, ਇਸ ਸੱਚੇ ਨਾਮ ਤੋਂ ਬਿਨਾ ਜੀਵ ਦੇ ਅੰਤਸ਼ਕਰਨ ਦੇ ਵਿੱਚ ਜਨਮ ਜਨਮਾਂਤਰਾਂ ਦੀ ਮੈਲ ਪਹਿਲਾਂ ਹੀ ਲੱਗੀ ਹੋਈ ਹੈ, ਫਿਰ ਹੋਰ ਮਲਨ ਹੁੰਦਾ। ਹਾਂਜੀ। ਗੁਰਵਾਕ ਨਿਰਮਲ ਸਦਾ ਚਾਨਣ, ਨਿਤ ਸਾਚ ਤੀਰਥ ਮੱਜਣਾ। ਗੁਰੂ ਦੇ ਜਿਹੜੇ ਵਾਕ ਨੇ ਉਹ ਸਦਾ ਹੀ ਨਿਰਮਲ ਨੇ। ਗੁਰੂ ਪਾਤਸ਼ਾਹ ਦੇ ਜਿਹੜੇ ਵਾਕ ਨੇ, ਬਚਨ ਨੇ, ਨਿਰਮਲ ਨੇ, ਪਵਿੱਤਰ ਨੇ, ਮਲ ਰਹਿਤ ਨੇ, ਸ਼ੁੱਧ ਨੇ, ਔਰ ਇਹਨਾਂ ਵਿੱਚ ਸਦਾ ਹੀ ਚਾਨਣਾ। ਗੁਰਬਾਣੀ ਵਿੱਚ, ਸਤਿਗੁਰਾਂ ਦੇ ਸ਼ਬਦਾਂ ਵਿੱਚ ਸਦਾ ਹੀ ਚਾਨਣਾ, ਗਿਆਨ ਦਾ ਪ੍ਰਕਾਸ਼ ਹੈ ਇਹਨਾਂ ਵਿੱਚ। ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ। ਸਤਿਗੁਰਾਂ ਦੀ ਪਾਵਨ ਬਾਣੀ, ਗੁਰੂ ਕੇ ਪਾਵਨ ਸ਼ਬਦ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਚਾਨਣਾ ਹੈ। ਗੁਰਵਾਕ ਚਾਨਣ, ਗੁਰੂ ਕੇ ਵਾਕ ਚਾਨਣਾ ਹੈ, ਪ੍ਰਕਾਸ਼ ਹੈ। ਸਾਡੇ ਅੰਧਕਾਰ ਭਰੇ ਜੀਵਨ ਵਿੱਚ ਗੁਰੂ ਕੇ ਵਾਕ, ਗੁਰੂ ਕੇ ਬਚਨ ਰੌਸ਼ਨੀ ਵਾਂਗੂ ਨੇ। ਕਰੋੜਾਂ ਸੂਰਜਾਂ ਤੇ ਚੰਦਰਮਾ ਦੀ ਰੋਸ਼ਨੀ ਵੀ ਸਾਡੇ ਉਸ ਅੰਧਕਾਰ ਨੂੰ ਨਹੀਂ ਨਿਵਾਰ ਸਕਦੀ, ਪਰ ਗੁਰੂ ਕਾ ਇੱਕ ਵਾਕ ਸਾਡੇ ਅੰਦਰ ਉਸ ਹਨੇਰੇ ਨੂੰ ਦੂਰ ਕਰ ਸਕਦਾ ਹੈ, ਔਰ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਕਰ ਸਕਦਾ ਅੰਦਰ। ਇਸ ਕਰਕੇ ਗੁਰੂ ਕੇ ਵਾਕ ਚਾਨਣੇ ਵਾਂਗੂ ਨੇ। ਨਿਤ ਸਾਚ ਤੀਰਥ ਮੱਜਣਾ, ਇਹ ਨਿਤ ਦਾ ਸੱਚਾ ਤੀਰਥ ਹੈ ਗੁਰੂ ਕੇ ਵਾਕ। ਕਹਿੰਦੇ ਮੈਂ ਇਹਦੇ ਵਿੱਚ ਰੋਜ਼ ਇਸ਼ਨਾਨ ਕਰਦਾ, ਰੋਜ਼, ਹਰ ਰੋਜ਼। ਹਾਂਜੀ। ਸਾਚ ਨਾ ਲਾਗੈ ਮੈਲ, ਕਿਆ ਮਲ ਧੋਈਐ। ਸੱਚ ਨੂੰ ਕਦੇ ਮੈਲ ਨਹੀਂ ਲੱਗਦੀ। ਜਿਹੜਾ ਮੈਲਾ ਹੋ ਜਾਏ ਉਹ ਸੱਚ ਨਹੀਂ ਹੋ ਸਕਦਾ। ਜੋ ਸੱਚ ਹੈ ਉਹਨੂੰ ਕਦੇ ਮੈਲ ਨਹੀਂ ਲੱਗਦੀ, ਉਹ ਸਦਾ ਹੀ ਨਿਰਮਲ ਹੈ। ਸਾਚ ਨਾ ਲਾਗੈ ਮੈਲ, ਤੇ ਜੇ ਮੈਲ ਲੱਗਣੀ ਨਹੀਂ ਉਹਨੂੰ, ਤੇ ਫਿਰ ਮਲ ਕੇ ਧੋਣ ਦਾ ਕੀ ਮਤਲਬ ਹੋਇਆ? ਕਿਆ ਮਲ ਧੋਈ ਹੈ? ਜੇ ਮੈਲਾ ਹੀ ਨਹੀਂ ਹੈ ਤੇ ਫਿਰ ਮਲ ਕੇ ਧੋਣ ਦਾ ਕੀ ਫਾਇਦਾ, ਕੀ ਲਾਭ? ਸੱਚ ਹਮੇਸ਼ਾ ਨਿਰਮਲ ਤੇ ਪਵਿੱਤਰ ਹੈ, ਔਰ ਸੱਚ ਹੈ ਤੁਹਾਡਾ ਨਿਜ ਆਪਾ, ਨਿਜ ਆਤਮਾ। ਉਸ ਨੂੰ ਧੋ ਕੇ ਇਸ਼ਨਾਨ ਕਰਾ ਕੇ ਪਵਿੱਤਰ ਕਰਨ ਦੀ ਜ਼ਰੂਰਤ ਨਹੀਂ ਹੈ, ਉਹ ਤਾਂ ਆਪ ਹੀ ਸ਼ੁੱਧ ਸਰੂਪ ਹੈ। ਜੋ ਸੱਚ ਹੈ ਉਹ ਕਦੇ ਮੈਲਾ ਨਹੀਂ ਹੁੰਦਾ, ਸੱਚ ਕਦੇ ਪੁਰਾਣਾ ਨਹੀਂ ਹੁੰਦਾ, ਸੱਚ ਕਦੇ ਪਾੜਦਾ ਨਹੀਂ ਹੈ। ਤੇ ਸੱਚ ਨੂੰ ਤੋਪੇ ਲਾ ਕੇ ਗੰਢਿਆ ਨਹੀਂ ਜਾ ਸਕਦਾ। ਜੇ ਪਾੜਦਾ ਹੀ ਨਹੀਂ ਤੇ ਤੋਪੇ ਲਾ ਕੇ ਗੰਢਣਾ ਪੈਂਦਾ। ਝੂਠ ਨੂੰ ਫੜਿਆ ਜਾਵੇ, ਤੋਪਾ ਲਾਇਆ, ਇੱਕ ਹੋਰ ਝੂਠ ਬੋਲਿਆ, ਫੜਿਆ ਉਹ ਵੀ ਜਾਂਦਾ, ਫਿਰ ਪਾਟਾ ਝੂਠ, ਫਿਰ ਤੋਪਾ ਲਾਇਆ ਇੱਕ ਹੋਰ ਝੂਠ ਦਾ, ਉਹਨੂੰ ਛੁਪਾਉਣ ਵਾਸਤੇ ਤੀਜਾ ਝੂਠ। ਪਰ ਸੱਚ ਨੂੰ ਤੋਪੇ ਨਹੀਂ ਲਾਉਣੇ ਪੈਂਦੇ। ਜੋ ਸੱਚ ਹੈ ਉਹ ਸੱਚ ਹੀ ਰਹਿੰਦਾ ਜੁਗਾਂ ਤੱਕ। ਜੋ ਸੱਚ ਹੈ ਉਹ ਗੁਰੂ ਨਾਨਕ ਸਾਹਿਬ ਨੇ ਉਚਾਰਿਆ। ਇਸ ਕਰਕੇ ਇਤੀ ਹੈ, ਵਾਸਤਵਿਕ ਹੈ, ਔਰ ਉਹ ਸੱਚ 500 ਸਾਲ ਪਹਿਲਾਂ ਜਿਤਨਾ ਸੱਚ ਸੀ ਅੱਜ ਵੀ ਉਤਨਾ ਸੱਚ ਹੈ। ਤੇ ਅੱਜ ਤੋਂ 5000 ਜਾਂ 5 ਲੱਖ ਜਾਂ 5 ਕਰੋੜ ਸਾਲ ਬਾਅਦ ਵੀ ਉਹ ਸੱਚ ਉਸੇ ਤਰ੍ਹਾਂ ਹੀ ਰਹੇਗਾ ਜੋ ਸੱਚ ਸੀ। ਸੱਚ ਨੂੰ ਤਾਂ ਨਹੀਂ ਤਬਦੀਲ ਕੀਤਾ ਜਾ ਸਕਦਾ। ਜੋ ਬਦਲ ਜਾਏ ਉਹ ਸੱਚ ਨਹੀਂ ਹੋ ਸਕਦਾ, ਜੋ ਤਬਦੀਲ ਹੋਵੇ ਉਹ ਸੱਚ ਨਹੀਂ ਹੋ ਸਕਦਾ। ਬਦਲਦਾ ਹਮੇਸ਼ਾ ਝੂਠ ਹੁੰਦਾ ਹੈ, ਤਬਦੀਲੀ ਹਮੇਸ਼ਾ ਝੂਠ ਵਿੱਚ ਆਉਂਦੀ ਹੈ। ਸੱਚ ਜੋ ਹੈ, ਇਤੀ ਹੈ, ਵਾਸਤਵਿਕ ਹੈ, ਕਿ ਉਹ ਓਂਕਾਰ ਸੱਚ ਹੈ, ਕਿ ਉਹ ਪ੍ਰਕਾਸ਼ਕ ਹੈ ਸਰਬ ਦਾ। ਉਹ 500 ਸਾਲ ਪਹਿਲਾਂ ਵੀ ਉਸੇ ਤਰ੍ਹਾਂ ਸੱਚ ਸੀ, ਅੱਜ ਵੀ ਹੈ, ਬਾਅਦ ਵੀ ਉਸੇ ਤਰ੍ਹਾਂ ਹੀ ਰਹੇਗਾ। ਉਹਦੇ 'ਚ ਕੋਈ ਤਬਦੀਲੀ ਨਹੀਂ। ਇਸ ਕਰਕੇ ਪਾਤਸ਼ਾਹ ਕਹਿੰਦੇ ਸੱਚ ਨੂੰ ਮੈਲ ਨਹੀਂ ਲੱਗਦੀ। ਤੇ ਫਿਰ ਜੇ ਮੈਲ ਹੀ ਨਹੀਂ ਲੱਗਦੀ ਸੱਚ ਨੂੰ, ਫਿਰ ਮਲ ਕੇ ਕੀ ਧੋਈਏ ਉਹਨੂੰ। ਹਾਂਜੀ। ਗੁਣ ਹੈ ਹਾਰ ਪਰੋਏ, ਕਿਸ ਕੋ ਰੋਈਐ। ਜੇ ਗੁਣਾਂ ਦਾ ਹਾਰ ਹੀ ਪਰੋ ਕੇ ਗਲ 'ਚ ਪਾ ਲਿਆ ਰੱਬ ਦੇ ਪਿਆਰਿਆਂ ਨੇ, ਫਿਰ ਉਹਨਾਂ ਨੂੰ ਕਿਹੜੇ ਗੁਣ ਲਈ ਰੋਣਾ ਪੈਂਦਾ? ਯਾਨੀ ਕਿ ਨਹੀਂ ਰੋਣਾ ਪੈਂਦਾ। ਸਾਰੇ ਗੁਣ ਆ ਗਏ ਉਹਨਾਂ ਕੋਲ, ਹਾਰ ਬਣਾ ਕੇ ਗਲ 'ਚ ਪਾਇਆ ਹੋਇਆ। ਜਿਹੜੇ ਗੁਣ ਦੀ ਲੋੜ ਹੁੰਦੀ ਹੈ ਵਰਤ ਲੈਂਦੇ ਆ।
ਹਾਰ ਬਣਾ ਕੇ ਗਲ 'ਚ ਪਾਉਣ ਦਾ ਮਤਲਬ ਕੰਠ ਵਿੱਚ ਨਾਮ ਜਪਦੇ ਨੇ, ਉੱਥੇ ਸਾਰੇ ਹੀ ਗੁਣ ਆ ਜਾਂਦੇ ਨੇ, ਆਪੇ ਗਲ 'ਚ ਹਾਰ ਪੈ ਗਿਆ ਉਹਨਾਂ ਗੁਣਾਂ ਦਾ। ਜਦੋਂ ਸਾਰੇ ਹੀ ਗੁਣ ਆ ਗਏ ਉਹਨਾਂ ਕੋਲ, ਸਤ, ਸੰਤੋਖ, ਦਇਆ, ਖਿਮਾ ਆਦਿਕ, ਤੇ ਫਿਰ ਉਹ ਕਿਸੇ ਗੁਣ ਲਈ ਉਹਨਾਂ ਨੂੰ ਰੋਣਾ ਕੁਰਲਾਣਾ ਨਹੀਂ ਪੈਂਦਾ। ਜੇ ਸੰਤੋਖ ਦੀ ਲੋੜ ਪੈਂਦੀ ਤੇ ਸੰਤੋਖ ਵਰਤ ਲੈਂਦੇ ਆ, ਜੇ ਦਇਆ ਦੀ ਜ਼ਰੂਰਤ ਪਵੇ ਤੇ ਦਇਆ ਵਰਤ ਲੈਂਦੇ ਆ, ਜੇ ਖਿਮਾ ਦੀ ਜ਼ਰੂਰਤ ਪਵੇ ਵੀ ਕੋਈ ਗੁਨਹਗਾਰ ਹੈ ਮੇਰਾ ਖਿਮਾ ਕਰਨੀ ਆ ਇਹਨੂੰ, ਉਹਨਾਂ ਨੇ ਗੁਣ, ਉਹ ਰੋਣਾ ਨਹੀਂ ਪੈਣਾ ਵੀ ਮੈਂ ਇਹਨੂੰ ਹੁਣ ਖਿਮਾ ਕਿਵੇਂ ਕਰਾਂ, ਅੰਦਰੋਂ ਹੀ ਉਤਪੰਨ ਹੋਣਾ, ਖਿਮਾ ਆ ਜਾਂਦੀ। ਹਾਂਜੀ। ਵਿਚਾਰ ਮਾਰੈ ਤਰੈ ਤਾਰੈ ਉਲਟ ਜੋਨ ਨਾ ਆਵੇ। ਜਿਹੜੇ ਗੁਰਬਾਣੀ ਦੀ ਵਿਚਾਰ ਨਾਲ ਆਪਣੇ ਮਨ ਦੀਆਂ ਭੈੜੀਆਂ ਤੇ ਮਾੜੀਆਂ ਵਿਚਾਰਾਂ ਨੂੰ ਮਾਰ ਦਿੰਦੇ ਆ, ਗੁਰ ਸ਼ਬਦ ਦੀ ਵਿਚਾਰ ਨਾਲ ਮਾੜੀ ਵਿਚਾਰ ਖਤਮ ਕਰ ਦਿੰਦੇ ਅੰਦਰੋਂ। ਵਿਚਾਰ ਮਾਰੈ, ਗੁਰਬਾਣੀ ਦੀ ਵਿਚਾਰ ਨਾਲ ਆਪਣੇ ਮਨ ਦੀਆਂ ਮਾੜੀਆਂ ਵਿਚਾਰਾਂ ਮਾਰ ਦਿੰਦੇ ਆ। ਤਰੈ, ਉਹ ਤਰ ਜਾਂਦਾ, ਆਪ ਹੀ ਨਹੀਂ ਤਰਦਾ, ਬਕਾਇਦਾ ਤਾਰੈ, ਆਪਣੇ ਨਾਲ ਦੇ ਸਾਥੀਆਂ ਨੂੰ ਵੀ ਤਾਰ ਲੈਂਦਾ। ਦੁੱਖ ਕਿਲ ਵਿਖ ਪਰ ਹਰੇ ਉਲਟ ਜੋਨ ਨਾ ਆਵੇ। ਉਲਟ ਕੇ ਮੁੜ ਕੇ ਫਿਰ ਉਹ ਜੂਨੀਆਂ ਵਿੱਚ ਨਹੀਂ ਆਉਂਦਾ, ਉਹ ਟੇਢੀਆਂ, ਕਿਉਂਕਿ ਜਦੋਂ ਤੱਕ ਵਿਚਾਰਾਂ ਚੱਲ ਰਹੀਆਂ ਨੇ, ਮਨ 'ਚ ਕਾਮਨਾਵਾਂ ਚੱਲ ਰਹੀਆਂ ਨੇ, ਉਦੋਂ ਤੱਕ ਜਨਮ ਮਰਨ ਹੈ। ਜਦੋਂ ਮਲਨ ਵਿਚਾਰਾਂ ਹੀ ਖਤਮ ਹੋ ਗਈਆਂ, ਫਿਰ ਉਲਟ ਕੇ ਮੁੜ ਕੇ ਜੋਨੀ ਵਿੱਚ ਨਹੀਂ ਆਉਂਦਾ। ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਭਾਵੇ। ਉਹ ਖੁਦ ਆਪ ਪਾਰਸ ਰੂਪ ਹੋ ਜਾਂਦਾ, ਜਿਹੜਾ ਪਰਮ ਧਿਆਨੀ ਹੈ, ਰੱਬ ਦਾ ਆਰਾਧਨ ਕਰਨ ਵਾਲਾ, ਖੁਦ ਪਾਰਸ ਬਣ ਜਾਂਦਾ। ਇਤਨਾ ਸੱਚਾ ਹੋ ਜਾਂਦਾ ਉਹ ਸੱਚ ਨੂੰ ਆਰਾਧਦਿਆਂ ਕਿ ਉਹ ਫਿਰ ਸੱਚੇ ਨੂੰ ਭਾ ਜਾਂਦਾ ਹੈ। ਜਦੋਂ ਹਿਰਦੇ 'ਚ ਸੱਚ ਹੋਵੇਗਾ, ਨਾਮ ਰੂਪੀ ਸੱਚ ਹੋਵੇਗਾ, ਫਿਰ ਉਹ ਸੱਚੇ ਨੂੰ ਭਾ ਜਾਵੇਗਾ। ਆਨੰਦ ਅਨੰਦਿਨ ਹਰਖ ਸਾਚਾ ਦੁਖ ਕਿਲ ਵਿਖ ਪਰ ਹਰੇ। ਉਹ ਵਾਹਿਗੁਰੂ ਸਦਾ ਹੀ ਆਨੰਦ ਵਿੱਚ ਹੈ, ਰਾਤ ਦਿਨ ਉੱਥੇ ਆਨੰਦ ਹੈ, ਉਹਦੇ ਅੰਦਰ ਹਮੇਸ਼ਾ ਹੀ ਹਰਖ ਹੈ। ਉਹਦੇ ਜਿਤਨੇ ਦੁੱਖ ਨੇ, ਜਿਤਨੇ ਕਿਲ ਵਿਖ ਪਾਪ ਨੇ, ਉਹ ਦੂਰ ਹੋ ਗਏ। ਸਾਚ ਨਾਮ ਪਾਇਆ ਗੁਰ ਦਿਖਾਇਆ ਮੈਲ ਨਾਹੀ ਸੱਚ ਮਨੇ। ਰੱਬ ਦੇ ਪਿਆਰਿਆਂ ਨੇ ਸੱਚਾ ਨਾਮ ਪ੍ਰਾਪਤ ਕੀਤਾ ਹੈ, ਉਹਦੇ ਨਾਮ ਉਹਨਾਂ ਨੂੰ ਗੁਰੂ ਨੇ ਵਿਖਾਇਆ ਹੈ। ਤੇ ਜਿਨ੍ਹਾਂ ਨੇ ਸੱਚੇ ਨਾਮ ਦਾ ਮਨਨ ਕੀਤਾ, ਆਪਣੇ ਹਿਰਦੇ 'ਚ ਮੰਨਿਆ ਇਸ ਨੂੰ, ਮਹਾਰਾਜ ਜੀ ਕਹਿੰਦੇ ਫਿਰ ਉਹਨੂੰ ਮੈਲ ਨਹੀਂ ਲੱਗਦੀ, ਉਹ ਮਲਨ ਨਹੀਂ ਹੁੰਦਾ, ਉਹਨੂੰ ਕਿਸੇ ਵੀ ਪ੍ਰਕਾਰ ਦੇ ਪਾਪ ਕਰਮ ਦੀ ਮੈਲ ਨਹੀਂ ਵਿਆਪਦੀ। ਸੰਗਤ ਮੀਤ ਮਿਲਾਪ ਪੂਰਾ ਨਾਵਣੋ। ਜਿਹੜੇ ਸਾਧ ਸੰਗਤ ਦੇ ਵਿੱਚ ਆ ਕੇ ਜੁੜਦੇ ਹਨ, ਇਹ ਐਸਾ ਮਿਲਾਪ ਹੈ ਜਿੱਥੇ ਆ ਕੇ ਪੂਰਨ ਇਸ਼ਨਾਨ ਹੁੰਦਾ ਹੈ। ਇੱਕ ਇਸ਼ਨਾਨ ਪਾਨ ਅਸੀਂ ਘਰੋਂ ਕਰਕੇ ਆਏ ਹਾਂ, ਉਹ ਅਧੂਰਾ ਹੈ, ਪਰ ਜਦੋਂ ਸੰਗਤ ਵਿੱਚ ਆ ਕੇ ਕਥਾ ਸੁਣੀ, ਕੀਰਤਨ ਸੁਣਿਆ, ਕੁਝ ਸਮੇਂ ਲਈ ਬੈਠੇ, ਮਹਾਰਾਜ ਜੀ ਕਹਿੰਦੇ ਪੂਰਾ ਇਸ਼ਨਾਨ ਹੈ, ਪੂਰਾ ਨਹਾਉਣਾ। ਹਾਂਜੀ। ਗਾਵੈ ਗਾਵਣ ਹਾਰ ਸ਼ਬਦ ਸੁਹਾਵਣੋ। ਜਿਹੜੇ ਗਾਉਣ ਹਾਰੇ ਹੋ ਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਨੇ, ਉਹ ਸਤਿਗੁਰਾਂ ਦੇ ਸ਼ਬਦ ਦੁਆਰਾ ਉਹਨਾਂ ਦਾ ਜੀਵਨ ਸੁਹਾਵਣੋਂ ਸ਼ੋਭਨੀਕ ਹੋ ਜਾਂਦਾ, ਪ੍ਰਵਾਨ ਹੋ ਜਾਂਦਾ। ਜੋ ਨਿਰੰਕਾਰ ਦੇ ਗੁਣਾਂ ਨੂੰ ਗਾਉਂਦੇ ਨੇ, ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਹਨ, ਉਹਨਾਂ ਦੀ ਜ਼ਿੰਦਗੀ ਸੁਹਾਵਣੀ ਹੋ ਜਾਂਦੀ, ਯਾਨੀ ਕਿ ਸਫਲੀ ਹੋ ਜਾਂਦੀ ਹੈ। ਸਾਲਾਹੇ ਸਾਚੇ ਮਨ ਸਤਿਗੁਰ। ਜਿਹੜੇ ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਉਸ ਅਕਾਲ ਪੁਰਖ ਸੱਚੇ ਨੂੰ ਸਲਾਉਂਦੇ ਨੇ, ਗੁਰੂ ਕਾ ਉਪਦੇਸ਼ ਸੁਣ ਕੇ ਮੰਨਿਆ, ਮੰਨ ਕੇ ਫਿਰ ਸੱਚੇ ਨੂੰ ਸਲਾਹਿਆ। ਪੁੰਨ ਦਾਨ ਦਇਆ ਮਤੇ। ਉਹਨਾਂ ਦੀ ਜਿਹੜੀ ਮੱਤ ਹੈ, ਉਸ ਮੱਤ ਵਿੱਚ ਪੁੰਨ ਦਾਨ ਕਰਨ ਦੀ ਬਿਰਤੀ ਪੈਦਾ ਹੋ ਜਾਂਦੀ ਹੈ। ਉਹਨਾਂ ਦੀ ਮੱਤ ਵਿੱਚ ਦਇਆ ਪੈਦਾ ਹੋ ਜਾਂਦੀ ਹੈ, ਫਿਰ ਉਹ ਦਿਆਲੂ ਹੋ ਜਾਂਦੇ। ਕੌਣ? ਜਿਹੜੇ ਸਤਿਗੁਰਾਂ ਦਾ ਉਪਦੇਸ਼ ਮੰਨ ਕੇ ਪਰਮੇਸ਼ਰ ਨੂੰ ਸਲਾਹੁੰਦੇ ਨੇ, ਉਹਨਾਂ ਦੀ ਮੱਤ ਵਿੱਚ ਪੁੰਨ ਦਾਨ ਕਰਨ ਦੀ ਬਿਰਤੀ, ਯਾਨੀ ਕਿ ਭਲਾ ਕਰਨ ਦੀ ਬਿਰਤੀ,
ਔਰ ਦਇਆ ਕਰਨ ਦੀ ਬਿਰਤੀ ਉਹਨਾਂ ਦੀ ਮਤ ਵਿੱਚ ਹੀ ਉਤਪੰਨ ਹੋ ਜਾਂਦੀ ਹੈ। ਫਿਰ ਸੰਗ ਭਾਵੈ ਸਹਜ ਨਾਵੈ ਬੇਣੀ ਤਾਂ ਸੰਗਮ ਸਤ ਸਤੇ। ਕਹਿੰਦੇ ਭਾਈ ਇਹ ਜਿਹੜੀ ਸਤ ਸਤੇ ਦਾ ਮਤਲਬ ਸਤ ਸੰਗਤ, ਆ ਜੋ ਸਤ ਸੰਗਤ ਹੈ ਇਹ ਤ੍ਰਿਵੇਣੀ ਦਾ ਸੰਗਮ ਹੈ। ਇਲਾਹਾਬਾਦ ਵਿਖੇ ਤ੍ਰਿਵੇਣੀ ਹੈ, ਗੰਗਾ ਜਮਨਾ ਸਰਸਵਤੀ ਤਿੰਨਾਂ ਦਾ ਮੇਲ ਹੁੰਦਾ ਉੱਥੇ। ਪਾਤਸ਼ਾਹ ਕਹਿੰਦੇ ਭਾਈ ਇਹ ਜਿਹੜੀ ਸਾਧ ਸੰਗਤ ਹੈ ਵੀ ਤ੍ਰਿਵੇਣੀ ਹੈ, ਇੱਥੇ ਗਿਆਨ ਦੀ ਗੰਗਾ ਵਹਿੰਦੀ ਹੈ, ਇੱਥੇ ਵੈਰਾਗ ਦੀ ਜਮਨਾ ਦਾ ਸੁਮੇਲ ਹੈ, ਔਰ ਇੱਥੇ ਸੰਤੋਖ ਤੇ ਸਤ ਦੀ ਸਰਸਵਤੀ ਹੈ, ਜਿਹੜੀ ਤਿੰਨੇ ਨਦੀਆਂ ਆ ਕੇ ਸਾਧ ਸੰਗਤ ਰੂਪੀ ਇਸ ਪ੍ਰਯਾਗ ਦੇ ਉੱਤੇ ਇਕੱਠੀਆਂ ਹੋ ਜਾਂਦੀਆਂ ਨੇ। ਬੇਣੀ ਹੈ, ਤ੍ਰਿਵੇਣੀ ਹੈ, ਔਰ ਇੱਥੇ ਜਿਹੜਾ ਜੁੜਦਾ ਮਨ ਉਹਨੇ ਤ੍ਰਿਵੇਣੀ ਨਹਾ ਲਈ, ਔਰ ਉਹ ਪਿਰ ਸੰਗ ਭਾਵ ਹੈ ਸਹਿਜ ਨਾਵ ਹੈ। ਜਿਹੜੇ ਸਹਿਜੇ ਇੱਥੇ ਇਸ਼ਨਾਨ ਕਰਦੇ ਆ, ਯਾਨੀ ਕਿ ਸਤ ਸੰਗਤ ਕਰਦੇ ਨੇ ਇਸ ਬੇਣੀ ਤ੍ਰਿਵੇਣੀ ਦੇ ਵਿੱਚ, ਉਸ ਪਿਰ ਅਕਾਲ ਪੁਰਖ ਪਰਮੇਸ਼ਰ ਨੂੰ ਭਾ ਜਾਂਦੇ ਹਨ। ਆਰਾਧ ਏਕੰਕਾਰ ਸਾਚਾ ਨਿਤ ਦੇ ਚੜ੍ਹੈ ਸਵਾਇਆ। ਉਹ ਏਕੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸੱਚੇ ਨੂੰ ਆਰਾਧਦੇ ਹਨ। ਕਿਉਂ ਆਰਾਧਦੇ ਨੇ? ਉਹ ਇਸ ਕਰਕੇ ਆਰਾਧਦੇ ਆ ਵੀ ਪਰਮੇਸ਼ਰ ਨੇ ਜੋ ਸਾਨੂੰ ਦਿੱਤਾ ਉਹ ਵੱਧਦਾ ਹੈ, ਉਹ ਵੱਧਦਾ ਹੀ ਚੱਲਿਆ ਜਾਂਦਾ। ਨਿਤ ਦੇ ਚੜ੍ਹੈ ਸਵਾਇਆ, ਜੋ ਦਿੰਦਾ ਹੈ ਨਾ ਸਵਾਇਆ ਕਹੀਏ, ਉਹ ਵੱਧਦਾ ਚੱਲਿਆ ਜਾਂਦਾ, ਨਿਤ ਵੱਧਦਾ ਚੱਲਿਆ ਜਾਂਦਾ ਹੈ। ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ। ਕਹਿੰਦੇ ਜਦੋਂ ਸੰਤ ਜਨਾਂ ਦੀ ਸੰਗਤ ਕੀਤੀ ਤੇ ਮਾੜਾ ਸੰਗ ਗਤ ਚਲਾ ਗਿਆ, ਉਸ ਦਿਨ ਤੋਂ ਮਾੜੀ ਸੰਗਤ ਚੰਗੀ ਨਹੀਂ ਲੱਗਦੀ। ਜਿਸ ਦਿਨ ਤੋਂ ਸਤ ਸੰਗਤ ਕਰਨ ਲੱਗ ਪਏ, ਜਦੋਂ ਸਤ ਸੰਗਤ ਕਰਨ ਲੱਗ ਪਏ ਤੇ ਨਦਰੀ ਨੇ ਸਾਡੇ ਤੇ ਨਦਰ ਕਰਕੇ ਆਪਣੇ ਨਾਲ ਮਿਲਾ ਲਿਆ। ਕਹਿਣ ਕਹੈ ਸਭ ਕੋਇ ਕੇਵੜ ਆਖੀਐ। ਕਹਿਣ ਨੂੰ ਤਾਂ ਸਾਰੇ ਹੀ ਕਹਿੰਦੇ ਨੇ ਪਰਮੇਸ਼ਰ ਨੂੰ, ਪਰ ਉਹਨੂੰ ਕਿੱਡਾ ਵੱਡਾ ਕਹੀਏ ਵੀ ਉਹ ਕਿੰਨਾ ਕੁ ਵੱਡਾ ਹੈ। ਕਿੰਨਾ ਵੱਡਾ ਅਕਾਲ ਪੁਰਖ ਪਰਮੇਸ਼ਰ। ਕਹਿਣ ਨੂੰ ਸਾਰੀ ਦੁਨੀਆ ਕਹਿ ਰਹੀ ਹੈ ਜੀ ਵੱਡਾ ਹੈ ਵੱਡਾ ਹੈ, ਪਰ ਕਿਤਨਾ ਕੁ ਵਿਸਥਾਰ ਹੈ ਉਸ ਦਾ ਇਹ ਨਹੀਂ ਕਿਹਾ ਜਾ ਸਕਦਾ। ਹਾਂ ਮੂਰਖ ਨੀਚ ਅਜਾਣ ਸਮਝਾ ਸਾਖੀਐ। ਹੇ ਵਾਹਿਗੁਰੂ ਮੈਂ ਮੂਰਖ ਹਾਂ, ਨੀਚ ਹਾਂ, ਅਣਜਾਣ ਹਾਂ, ਤੁਸੀਂ ਸਿੱਖਿਆ ਦਿਓ ਮੈਂ ਤਾਂ ਸਮਝ ਸਕਦਾ, ਤੁਸੀਂ ਉਪਦੇਸ਼ ਦਿਓ ਮੈਂ ਤਾਂ ਸਮਝ ਸਕਦਾ। ਸੱਚ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤ ਮਨ ਮੰਨਿਆ ਮੇਰਾ। ਮੇਰੇ ਸਤਿਗੁਰਾਂ ਦੀ ਸਿੱਖਿਆ ਸੱਚੀ ਹੈ, ਗੁਰੂ ਕੀ ਸਿੱਖਿਆ ਉਹ ਸੱਚੀ ਹੈ। ਔਰ ਜਿੱਥੇ ਸਤਿਗੁਰਾਂ ਦੀ ਸਿੱਖਿਆ ਸੱਚੀ ਹੈ, ਇਸ ਤਰ੍ਹਾਂ ਕਹਿ ਲਓ ਵੀ ਅੰਮ੍ਰਿਤ ਹੀ ਹੈ ਉਹ ਮੇਰੇ ਲਈ ਗੁਰੂ ਸਾਹਿਬ ਦੀ ਸਿੱਖਿਆ, ਔਰ ਉਹਦੇ ਨਾਲ ਮੇਰਾ ਮਨ ਮੰਨਿਆ ਹੋਇਆ ਹੈ। ਕੂਚ ਕਰਹਿ ਆਵਹਿ ਬਿਖ ਲਾਦੇ ਸੱਚ ਸ਼ਬਦ ਸੱਚੈ ਗੁਰ ਮੇਰਾ। ਕਹਿੰਦੇ ਸੰਸਾਰ ਵਿੱਚ ਜੀਵ ਆਉਂਦੇ ਨੇ ਵਿਸ਼ੇ ਵਿਕਾਰਾਂ ਨਾਲ ਭਰੇ ਹੋਏ ਤੇ ਉਸੇ ਤਰ੍ਹਾਂ ਹੀ ਚਲੇ ਜਾਂਦੇ ਆ, ਮਾੜੇ ਭੈੜੇ ਕਰਮ ਕਰਦੇ ਆ। ਪਰ ਜਿਨ੍ਹਾਂ ਨੂੰ ਸਤਿਗੁਰਾਂ ਦਾ ਸ਼ਬਦ ਮਿਲਿਆ, ਉਪਦੇਸ਼ ਮਿਲਿਆ, ਉਹ ਸੱਚੇ ਗੁਰੂ ਵਿੱਚ ਅਭੇਦ ਹੋਏ ਹਨ। ਆਖਣ ਤੋਟ ਨਾ ਭਗਤ ਭੰਡਾਰੀ ਭਰਪੁਰ ਰਹਿਆ ਸੋਈ। ਪਰਮੇਸ਼ਰ ਦੇ ਜਿਹੜੇ ਭੰਡਾਰੇ ਨੇ ਉਹ ਇੰਨੇ ਭਰੇ ਪਏ ਨੇ ਭਗਤੀ ਦੇ ਨਾਲ, ਜੇ ਅਸੀਂ ਉਹ ਕਹੀ ਜਾਈਏ ਉਹਦੇ ਭੰਡਾਰਿਆਂ ਦੀ ਸਿਫਤੀ ਨੂੰ ਤੇ ਉਹਦੇ ਭੰਡਾਰਿਆਂ ਵਿੱਚ ਤੋਟਾ ਨਹੀਂ ਆਉਂਦਾ। ਤੇ ਜਿਹੜੇ ਉਹਦੀ ਭਗਤੀ ਨੂੰ ਕਰਕੇ ਉਹਨੂੰ ਆਰਾਧਦੇ ਨੇ ਉਹ ਜਾਣ ਲੈਂਦੇ ਨੇ ਕਿ ਉਹ ਭੰਡਾਰੀ ਦਾਨ ਵੰਡਣ ਵਾਲਾ, ਭੰਡਾਰੀ ਕਹਿੰਦੇ ਜਿਹੜਾ ਵੰਡਣ ਵਾਲਾ, ਭਰਪੂਰ ਰਹਿਆ ਸੋਈ ਉਹ ਸਾਰਿਆਂ ਵਿੱਚ ਹੀ ਭਰਪੂਰਨ ਹੈ, ਹਰ ਥਾਂ ਤੇ ਹੈ। ਨਾਨਕ ਸਾਚ ਕਹੈ ਬੇਨੰਤੀ ਮਨ ਮੰਜੈ ਸੱਚ ਸੋਈ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੈਂ ਸੱਚੀ ਬੇਨਤੀ ਕਰਦਾ ਹਾਂ, ਸੱਚ ਅੱਗੇ ਬੇਨਤੀ ਕਰਦਾ ਹਾਂ। ਜਿਹੜੇ ਸੱਚ ਦੀ ਪਨਾਹ 'ਚ ਪੈਂਦੇ ਨੇ ਉਹ ਆਪਣਾ ਮਨ ਮਾਂਜ ਲੈਂਦੇ ਹਨ, ਸ਼ੁੱਧ ਕਰ ਲੈਂਦੇ, ਉਹ ਸੱਚੇ ਹੋ ਜਾਂਦੇ ਹਨ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਗਾਵਿਆ ਸੁਣਿਆ ਥਾਏ ਪਵੇ। ਗੁਰੂ ਕੀ ਬਾਣੀ ਅਗਾਧ ਬੋਧ ਹੈ,
ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਨਾਨਕ ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਨਾਨਕ ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਤਨ ਮਨ ਥੀਵੈ ਹਰਿਆ, ਤਨ ਮਨ ਥੀਵੈ ਹਰਿਆ। ਤਨ ਮਨ ਥੀਵੈ ਹਰਿਆ, ਤਨ ਮਨ ਥੀਵੈ ਹਰਿਆ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।